ਵੈਲਕਮ ਮਾਈ ਡੀਅਰ 10th ਕਲਾਸ ਸਟੂਡੈਂਟਸ। ਬੇਟਾ 3 ਮਾਰਚ ਨੂੰ ਤੁਹਾਡਾ ਵੀਕਲੀ ਰਿਵੀਜ਼ਨ ਟੈਸਟ ਹੋਇਆ ਸੀ। ਅੱਜ ਆਪਾਂ ਇਸ ਟੈਸਟ ਦੇ ਸਾਰੇ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਤੇ ਤੁਸੀਂ ਦੇਖਣਾ ਕਿ ਤੁਹਾਡੇ ਕਿੰਨੇ ਸਮ ਸਹੀ ਹੋਏ ਨੇ। ਫਸਟ ਕੁਐਸਚਨ ਹੈ ਬੇਟਾ, find two consecutive odd positive integers whose sum of the squares is 290। दो लगातार टांक ਧਨਾਤਮਕ ਸੰਪੂਰਨ ਸੰਖਿਆਵਾਂ, ਦੇਖੋ ਕਿੰਨੇ ਸ਼ਬਦ ਵਰਤੇ ਹੋਏ ਨੇ, ਹਰੇਕ ਸ਼ਬਦ ਦੇ ਉੱਪਰ ਆਪਾਂ ਧਿਆਨ ਦੇਣਾ। ਉਹ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦੇ ਵਰਗਾਂ ਦਾ ਜੋੜ 290 ਹੋਵੇ। ਤਾਂ ਬੇਟਾ ਹਰੇਕ ਸ਼ਬਦ 'ਤੇ ਧਿਆਨ ਦਿਓ। ਇੱਕ ਤਾਂ ਆਪਾਂ ਨੂੰ ਕੰਜ਼ੀਕਿਊਟਿਵ ਮਤਲਬ ਲਗਾਤਾਰ ਚਾਹੀਦੇ ਨੇ, ਹੋਣੇ ਵੀ ਔਡ ਚਾਹੀਦੇ ਨੇ ਤੇ ਪੋਜ਼ਿਟਿਵ ਚਾਹੀਦੇ ਨੇ। ਮਤਲਬ ਜਦੋਂ ਆਨਸਰ 'ਚ ਜੇ ਨੈਗੇਟਿਵ ਆ ਜਾਊਗਾ ਤਾਂ ਆਪਾਂ ਉਸ ਨੂੰ ਰਿਜੈਕਟ ਕਰ ਦਾਂਗੇ। ਤਾਂ ਸਭ ਤੋਂ ਪਹਿਲਾਂ ਲੈਟ ਕਰੋ ਬੱਚੇ, ਲੈਟ ਟੂ ਕੰਜ਼ੀਕਿਊਟਿਵ ਔਡ ਪੋਜ਼ਿਟਿਵ ਇੰਟੀਜਰਸ। ਪੰਜਾਬੀ 'ਚ ਇੱਦਾਂ ਹੀ ਲਿਖ ਲਿਓ ਬੇਟਾ, ਮੰਨੋ ਦੋ ਲਗਾਤਾਰ ਟਾਂਕ ਧਨਾਤਮਕ ਸੰਪੂਰਨ ਸੰਖਿਆਵਾਂ। ਠੀਕ ਹੈ, ਕੀ ਮੰਨੋਗੇ? ਪਹਿਲੀ ਜੇ x ਮੰਨੋਗੇ ਬੇਟਾ ਤਾਂ ਨੈਕਸਟ ਜਿਹੜੀ ਟਾਂਕ ਹੈ ਉਹ ਕਿਹੜੀ ਹੋਊਗੀ? x ਪਲੱਸ 2। ਤਾਂ ਧਿਆਨ ਦਿਓ, ਜੇ ਤੁਸੀਂ 1 ਲੈਂਦੇ ਹੋ ਤਾਂ ਉਸ ਤੋਂ ਅਗਲੀ ਕਿਹੜੀ ਹੁੰਦੀ ਹੈ ਟਾਂਕ? 3, ਤੇ ਉਹ ਕਿੱਦਾਂ ਆਉਂਦੀ ਹੈ? ਪਲੱਸ 2 ਕਰਕੇ। ਕੋਈ ਵੀ ਹੋਰ ਟਾਂਕ ਲਓ, ਜਿਵੇਂ ਤੁਸੀਂ 13 ਸੋਚਦੇ ਹੋ, 13 ਤੋਂ ਅਗਲੀ ਟਾਂਕ ਕਿਹੜੀ ਹੈ? 15। 13 ਤੋਂ 15 ਕਿਵੇਂ ਹੁੰਦੀ ਹੈ ਬੇਟਾ? ਪਲੱਸ 2 ਕਰਕੇ। ਤਾਂ ਇਹਦੇ ਵਿੱਚ ਧਿਆਨ ਦੇਣਾ ਹੈ ਕਿ ਜਦੋਂ ਤੁਸੀਂ ਟਾਂਕ ਸੰਖਿਆਵਾਂ ਮੰਨ ਰਹੇ ਹੋ ਤਾਂ ਪਹਿਲੀ x ਤੇ ਦੂਜੀ x ਪਲੱਸ 2। ਠੀਕ ਹੈ, ਹੁਣ ਅਕੋਰਡਿੰਗ ਟੂ ਕੁਐਸਚਨ, ਪ੍ਰਸ਼ਨ ਦੇ ਅਨੁਸਾਰ ਇਹਨਾਂ ਦੇ ਕੀ ਦੱਸਿਆ ਹੋਇਆ? ਵਰਗਾਂ ਦਾ ਜੋੜ। ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਵਰਗ ਕਰੋ, x ਦਾ ਵਰਗ ਸਕੁਅਰ ਮਤਲਬ ਦੂਸਰਾ ਨੰਬਰ ਜੋ ਵੀ ਲਿੱਤਾ ਹੈ ਉਸ ਦਾ ਸਕੁਅਰ। ਤਾਂ ਇਸ ਦੇ ਜੋੜ ਦੀ ਗੱਲ ਹੋ ਰਹੀ ਹੈ ਤੇ ਜੋੜ ਕਿੰਨਾ ਕਹਿੰਦੇ? 290। ਹੁਣ ਬਸ ਆਪਣੀ ਇਕੁਏਸ਼ਨ ਇੱਥੋਂ ਬਣ ਜਾਏਗੀ ਜਦੋਂ ਇਹਨੂੰ ਸੋਲਵ ਕਰ ਲਾਂਗੇ। x ਸਕੁਅਰ, ਹੁਣ ਜਿਹੜਾ x ਪਲੱਸ 2 ਦਾ ਸਕੁਅਰ ਹੈ ਬੇਟਾ, ਇਹਨੂੰ ਕੰਪੇਅਰ ਕਰੋ a ਪਲੱਸ b ਦੇ ਸਕੁਅਰ ਨਾਲ। ਮਤਲਬ ਇਹ ਫਾਰਮੂਲਾ, ਇਹ ਆਈਡੈਂਟਿਟੀ ਇਸ 'ਤੇ ਲੱਗੇਗੀ। ਠੀਕ ਹੈ ਜੀ, ਹਾਂਜੀ। ਤਾਂ ਆਈਡੈਂਟਿਟੀ ਲਗਾ ਕੇ ਕੀ ਆਊਗਾ? ਫਸਟ ਟਰਮ ਦਾ ਸਕੁਅਰ ਪਲੱਸ ਸੈਕਿੰਡ ਟਰਮ ਦਾ ਸਕੁਅਰ ਪਲੱਸ 2 ਹੁੰਦਾ ਫਿਰ ਗੁਣਾ ਪਹਿਲੀ ਰਕਮ ਗੁਣਾ ਦੂਜੀ ਰਕਮ। ਤਾਂ ਇਹ ਕਿੰਨਾ ਆ ਜਾਏਗਾ? 4x। ਇੱਥੇ ਆ ਜਾਊਗਾ 4x। ਹੁਣ ਦੇਖੋ x ਸਕੁਅਰ ਤੇ x ਸਕੁਅਰ ਲਾਈਕ ਟਰਮਸ ਨੇ, ਇਹ ਜੁੜ ਜਾਣਗੀਆਂ, 2x ਸਕੁਅਰ ਹੋ ਜਾਊਗਾ। x ਵਾਲੀ ਇੱਕੋ ਹੀ ਸਿੰਗਲ ਟਰਮ ਹੈ ਤੁਹਾਡੇ ਕੋਲੇ। ਫਿਰ ਹੈਗਾ ਦੇਖੋ ਪਲੱਸ ਦਾ 4, 290 ਵੀ ਤੁਸੀਂ ਲੈਫਟ ਸਾਈਡ 'ਤੇ ਲੈ ਆਓ। ਤਾਂ ਇਹ ਬਣ ਗਿਆ ਬੱਚੇ 2x ਸਕੁਅਰ ਪਲੱਸ 4x। 290 ਦੇ ਵਿੱਚੋਂ 4 ਘਟਾਓਗੇ ਤਾਂ ਇਹ ਬਣ ਜਾਊਗਾ 286। ਹੁਣ ਬੇਟਾ ਸਾਰੀਆਂ ਦੀ ਸਾਰੀਆਂ ਰਕਮਾਂ ਵੱਲ ਧਿਆਨ ਨਾਲ ਦੇਖੋ, 2 4 286, ਇਹ ਤਿੰਨੇ ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚੋਂ 2 ਕਾਮਨ ਆ ਸਕਦਾ। ਤਾਂ ਇਹਦੇ ਵਿੱਚੋਂ 2 ਕਾਮਨ ਕੱਢ ਲਓ ਤਾਂ ਇੱਥੇ ਰਹਿ ਜਾਊਗਾ ਬੇਟਾ x ਸਕੁਅਰ, ਉਰੇ ਰਹਿ ਜਾਊਗਾ 2x, ਇੱਥੇ ਆ ਜਾਊਗਾ ਤੁਹਾਡੇ ਕੋਲੇ 143। ਠੀਕ ਹੈ, ਤਾਂ ਇੱਥੋਂ ਆਪਾਂ 2 ਕਾਮਨ ਕੱਢ ਲਿਆ। ਹੁਣ ਆਪਣੇ ਕੋਲ ਬਚਿਆ ਕਿ 2 ਨੂੰ ਦੂਸਰੀ ਸਾਈਡ ਲੈ ਜਾਓ, 0 ਵਾਲੀ ਸਾਈਡ, ਤਾਂ 0 ਦੇ ਓਵਰ ਹੋ ਕੇ ਉਹ 0 ਹੀ ਹੋ ਜਾਏਗਾ। ਆਪਣੇ ਕੋਲੇ ਸਿਰਫ ਇਕੁਏਸ਼ਨ ਬਚੇਗੀ x ਸਕੁਅਰ ਪਲੱਸ 2x ਮਾਈਨਸ 143 ਬਰਾਬਰ 0। ਹੁਣ ਬੇਟਾ 2 ਘਾਤੀ ਸਮੀਕਰਨ ਇਹ ਬਣ ਚੁੱਕੀ ਹੈ, ਕੁਆਡਰੈਟਿਕ ਇਕੁਏਸ਼ਨ ਬਣ ਚੁੱਕੀ ਹੈ। ਹੁਣ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇਸ 'ਤੇ ਗੁਣਨਖੰਡ ਵਾਲੀ ਵਿਧੀ ਲਗਾਉਂਦੇ ਹੋ ਤੇ ਜਾਂ ਫਿਰ ਤੁਸੀਂ ਆਪਣਾ ਕੁਆਡਰੈਟਿਕ ਫਾਰਮੂਲਾ ਲਗਾਉਂਦੇ ਹੋ, ਜਿਹਦੇ 'ਚ ਤੁਸੀਂ ਪਹਿਲਾਂ ਡਿਸਕ੍ਰੀਮੀਨੈਂਟ ਕੱਢਦੇ ਹੁੰਦੇ ਹੋ, ਫਿਰ ਉਹ b ਵਾਲਾ ਫਾਰਮੂਲਾ ਲਗਾਉਂਦੇ ਹੋ, -b ਪਲੱਸ ਮਾਈਨਸ √d। ਦੋਨੋਂ ਆਪਸ਼ਨਸ ਤੁਹਾਡੇ ਲਈ ਓਪਨ ਨੇ, ਤੁਸੀਂ ਜਿਹੜੀ ਮਰਜ਼ੀ ਤਰੀਕੇ ਨਾਲ ਇਹਨੂੰ ਸੋਲਵ ਕਰ ਸਕਦੇ ਹੋ। ਤਾਂ ਜੇ ਬੇਟਾ ਤੁਸੀਂ ਇਹਦੇ ਫੈਕਟਰ ਬਣਾਉਣੇ ਨੇ ਤਾਂ ਪਹਿਲਾਂ 143 ਦੇ ਫੈਕਟਰ ਬਣਾਓ, ਪ੍ਰਾਈਮ ਫੈਕਟਰਸ। ਕਿਹੜੇ ਟੇਬਲ 'ਤੇ ਜਾਊਗਾ? ਇਹ 11 ਦੇ ਟੇਬਲ 'ਤੇ ਜਾਊਗਾ, ਫਿਰ ਇਹ 13 'ਤੇ ਜਾਊਗਾ। ਮਤਲਬ ਇਹਦੇ 2 ਹੀ ਫੈਕਟਰ ਬਣੇ ਨੇ, 13 ਤੇ 11। ਤਾਂ ਹਾਂਜੀ ਬੇਟਾ ਇਹੀ ਆਪਾਂ ਚੂਜ਼ ਕਰਾਂਗੇ ਕਿਉਂਕਿ 13 ਚੋਂ 11 ਘਟਾ ਕੇ ਮਿਡਲ ਟਰਮ ਬਣ ਜਾਂਦੀ ਹੈ। ਕਲੀਅਰ ਹੋ ਗਿਆ ਬੇਟਾ? ਤਾਂ ਆਪਾਂ ਕਿਹੜੇ ਕਿਹੜੇ ਫੈਕਟਰ ਸਿਲੈਕਟ ਕਰ ਲਏ? 11 ਤੇ 13। ਕੀ ਕਰੀਦਾ ਹੁੰਦਾ ਹੈ? ਸਿਰਫ ਵਿਚਾਲੜੀ ਰਕਮ ਜਿਹੜੀ ਮਿਡਲ ਟਰਮ ਹੈ ਉਹਨੂੰ ਤੋੜੀਦਾ ਹੁੰਦਾ ਹੈ, ਬਾਕੀ ਕਿਸੇ ਸਮ ਦੇ ਕਿਸੇ ਟਰਮ ਦੇ ਵਿੱਚ ਕੋਈ ਚੇਂਜ ਨਹੀਂ ਕਰੀਦਾ। ਤਾਂ ਇਹਨੂੰ ਆਪਾਂ ਲਿਖਾਂਗੇ ਬੇਟਾ ਜੀ 13x ਮਾਈਨਸ 11x। ਠੀਕ ਹੈ, ਹੁਣ ਪਲੱਸ ਹੈ ਬਾਹਰ, ਸਾਈਨ ਦੇ ਵਿੱਚ ਕੋਈ ਚੇਂਜ ਨਹੀਂ ਆਏਗਾ। ਪਹਿਲੀਆਂ 2 ਰਕਮਾਂ ਦੇ ਵਿੱਚੋਂ ਸਾਂਝਾ ਕੱਢੋ,
ਦੂਜੀਆਂ ਦੋ ਰਕਮਾਂ ਦੇ ਵਿੱਚੋਂ ਸਾਂਝਾ ਕੱਢੋ। ਤੁਹਾਡੇ ਕੋਲੇ ਦੋ ਫੈਕਟਰਸ ਬਣ ਗਏ x ਮਾਈਨਸ 11 ਅਤੇ x ਪਲੱਸ 13। ਹੁਣ ਜੇ ਤੁਸੀਂ ਪਹਿਲੀ ਬ੍ਰੈਕਟ ਨੂੰ 0 ਕਰਦੇ ਹੋ ਤਾਂ ਤੁਹਾਡੇ ਕੋਲੇ ਆਨਸਰ ਆਏਗਾ x ਇਕੁਅਲ ਟੂ 11। ਜੇ ਦੂਸਰੀ ਬ੍ਰੈਕਟ ਨੂੰ 0 ਕਰਦੇ ਹੋ ਤਾਂ ਉੱਥੋਂ ਤੁਹਾਡੇ ਕੋਲ ਆਨਸਰ ਆ ਜਾਊਗਾ ਮਾਈਨਸ ਦਾ 13। ਤਾਂ ਇੱਥੇ ਤੁਸੀਂ ਲਿਖੋਗੇ ਬੇਟਾ ਨੋਟ ਪੋਸੀਬਲ। ਕਿਉਂ? ਕਿਉਂਕਿ ਰਕਮ ਨੇ ਕਿਹਾ ਸੀ ਪੋਜ਼ੀਟਿਵ ਹੋਣੇ ਚਾਹੀਦੇ ਨੇ। ਠੀਕ ਹੈ, ਤਾਂ ਆਪਾਂ ਕਿਹੜਾ ਸਿਲੈਕਟ ਕੀਤਾ 11। ਜਦੋਂ ਹੁਣ 11 ਸਿਲੈਕਟ ਕੀਤਾ ਤਾਂ ਆਨਸਰ ਕਿਵੇਂ ਲਿਖੋਗੇ? ਆਨਸਰ ਜਿਹੜਾ ਤੁਸੀਂ ਆ ਮੰਨਿਆ ਸੀ ਇਹਦੇ ਵਿੱਚ ਪੁੱਟ ਕਰਕੇ ਲਿਖੋਗੇ ਵੀ ਜਿਹੜੀਆਂ ਦੋ ਸੰਖਿਆਵਾਂ ਨੇ, ਦੋ ਜਿਹੜੀਆਂ ਸੰਖਿਆਵਾਂ ਉਹਨੇ ਕਹੀਆਂ ਸੀ ਉਹਨਾਂ ਚੋਂ ਪਹਿਲੀ ਤਾਂ ਆ ਗਈ ਬੇਟਾ 11। ਹੁਣ ਮੈਂ ਇਹਨੂੰ ਸਕਰੀਨ ਨੂੰ ਸਾਫ਼ ਕਰ ਰਹੀ ਹਾਂ। ਠੀਕ ਹੈ, ਇੱਥੋਂ ਫਿਰ ਮੈਨੂੰ ਹੁਣ ਲਿਖਣ ਦੀ ਥੋੜ੍ਹੀ ਜਗ੍ਹਾ ਚਾਹੀਦੀ ਹੈ। ਤਾਂ ਦੋ ਪੋਜ਼ੀਟਿਵ ਟਾਂਕ ਜਿਹੜੀਆਂ ਸੰਖਿਆਵਾਂ ਨੇ ਉਹ ਕਿਹੜੀਆਂ ਕਿਹੜੀਆਂ ਆ ਗਈਆਂ? ਪਹਿਲੀ ਤਾਂ ਆਪਾਂ 11 ਆਇਆ ਸੀ ਆਨਸਰ, ਅਤੇ ਦੂਸਰਾ ਕਿੰਨਾ ਆਊਗਾ 11 ਪਲੱਸ 2 ਮਤਲਬ 13। ਤਾਂ ਇਹਦਾ ਆਨਸਰ ਕੀ ਆ ਜਾਊਗਾ ਬੇਟਾ ਜੀ? ਫਸਟ ਆਪਸ਼ਨ ਆ ਜਾਊਗੀ 11 ਅਤੇ 13। ਠੀਕ ਹੈ ਬੇਟਾ, ਫਸਟ ਕੁਐਸਚਨ ਸਮਝ ਆ ਗਿਆ। ਹੁਣ ਦੂਜੀ ਗੱਲ, ਜੇ ਤੁਹਾਨੂੰ ਇਹ ਫੈਕਟਰਾਈਜੇਸ਼ਨ ਵਾਲਾ ਮੈਥਡ ਔਖਾ ਲੱਗਦਾ, ਆਪਾਂ ਕਿੱਥੇ ਤੱਕ ਪਹੁੰਚ ਗਏ ਸੀ? ਇੱਥੇ ਤੱਕ। ਠੀਕ ਹੈ, ਤਾਂ ਤੁਸੀਂ ਇੱਥੇ ਡੀ ਵਾਲਾ ਫਾਰਮੂਲਾ ਵੀ ਲਗਾ ਸਕਦੇ ਹੋ। ਤਾਂ ਏ ਕਿੰਨੀ ਹੈ ਬੇਟਾ ਉਰੇ 1, ਬੀ ਕਿੰਨੀ ਹੈ 2, ਸੀ ਕਿੰਨਾ ਮਾਈਨਸ ਦਾ 143। ਤਾਂ ਸਭ ਤੋਂ ਪਹਿਲਾਂ ਤੁਸੀਂ ਕੱਢਣਾ ਡਿਸਕ੍ਰੀਮੀਨੈਂਟ ਬੀ ਸਕੇਅਰ ਮਾਈਨਸ 4ac ਲਗਾ ਕੇ 2 ਦਾ ਸਕੇਅਰ ਮਾਈਨਸ 4 ਗੁਣਾ 1 ਗੁਣਾ ਮਾਈਨਸ ਦਾ 143। 2 ਦਾ ਸਕੇਅਰ ਕਰੋਗੇ 4, ਇੱਥੇ ਪਲੱਸ ਹੋ ਜਾਏਗਾ ਕਿਉਂਕਿ ਦੋ ਨੈਗੇਟਿਵ ਟਰਮਸ ਨੇ। 4 ਨਾਲ ਗੁਣਾ ਕਰੋ 572, 572 'ਚ 4 ਜੋੜੋਗੇ 576। ਤਾਂ ਜਿਹੜਾ ਡਿਸਕ੍ਰੀਮੀਨੈਂਟ ਆਇਆ ਆਪਣੇ ਕੋਲੇ ਉਹ ਗ੍ਰੇਟਰ ਦੈਨ 0 ਆਇਆ। ਮੂਲ ਵਾਸਤਵਿਕ ਨੇ, ਰੂਟਸ ਆਰ ਰੀਅਲ। ਤਾਂ ਆਪਾਂ ਕੁਆਡਰੈਟਿਕ ਫਾਰਮੂਲਾ ਲਗਾ ਸਕਦੇ ਹਾਂ। ਕੀ ਹੁੰਦਾ ਬੱਚੇ ਉਹ? ਮਾਈਨਸ ਬੀ ਪਲੱਸ ਮਾਈਨਸ ਅੰਡਰ ਰੂਟ ਡੀ ਬਟੇ 2a ਮਾਈਨਸ ਬੀ ਕਿੰਨਾ 2, ਡੀ ਦਾ ਕੀ ਮੁੱਲ ਭਰਨਾ 576 ਬਟੇ 2a ਦਾ ਮੁੱਲ ਕਿੰਨਾ ਭਰਨਾ ਬੇਟਾ 1। ਹੁਣ ਇਹਦੇ ਵਿੱਚ ਦੇਖੋ 576 ਇਹਦਾ ਵਰਗਮੂਲ ਕੀ ਨਿਕਲੂਗਾ? ਸਕੇਅਰ ਰੂਟ ਕੀ ਨਿਕਲੂਗਾ 24। ਤਾਂ ਆਪਣੇ ਰੂਟਸ ਕਿਹੜੇ ਕਿਹੜੇ ਆ ਗਏ? ਇੱਕ ਵਾਰ ਆਪਾਂ ਪਲੱਸ ਦਾ ਸਾਈਨ ਲਵਾਂਗੇ ਅਤੇ ਇੱਕ ਵਾਰੀ ਮਾਈਨਸ ਦਾ। ਠੀਕ ਹੈ, ਤਾਂ ਆਪਣੇ ਕੋਲ ਇਹ ਆ ਗਿਆ ਫਸਟ ਵਾਲਾ ਤਾਂ 22 ਬਟੇ 2, ਸੈਕਿੰਡ ਆ ਜਾਊਗਾ ਮਾਈਨਸ ਦਾ 26 ਬਟੇ 2। ਇੱਥੋਂ ਤਾਂ ਮਾਈਨਸ ਦਾ 13 ਆਊਗਾ, ਇਹਨੂੰ ਤਾਂ ਰਿਜੈਕਟ ਕਰ ਦਿਓ। 2 ਨੂੰ 22 ਨਾਲ ਕਟਾਵਾਂਗੇ ਤਾਂ 11। ਤਾਂ ਦੋਨੋਂ ਸੰਖਿਆਵਾਂ ਕਿਹੜੀਆਂ ਕਿਹੜੀਆਂ ਆ ਗਈਆਂ? ਜਿਹੜਾ ਪੁੱਟ ਕੀਤਾ ਹੋਇਆ ਸੀ ਆਪਾਂ ਨੇ 11 ਅਤੇ 11 ਪਲੱਸ 2 ਉਹ ਮੰਨਿਆ ਹੋਇਆ ਸੀ ਨਾ, ਉਹਦੇ ਵਿੱਚ ਹੀ ਪੁੱਟ ਕਰ ਦੇਣਾ। ਤਾਂ ਆਪਣੇ ਆਨਸਰ ਆ ਜਾਣਗੇ 11 ਅਤੇ 13। ਠੀਕ ਹੈ ਬੇਟਾ, ਦੋਨੋਂ ਮੈਥਡ ਕਲੀਅਰ ਨੇ। ਹੁਣ ਅਗਲੇ ਜਿਹੜੇ ਸਵਾਲ ਆਪਾਂ ਕਰਾਂਗੇ ਉਹਦੇ ਵਿੱਚ ਮੈਂ ਬੀ ਵਾਲਾ ਫਾਰਮੂਲਾ ਹੀ ਯੂਜ਼ ਕਰ ਦਾਂਗੀ। ਠੀਕ ਹੈ, ਗੁਣਨਖੰਡ ਵਾਲਾ ਵੀ ਤੁਸੀਂ ਧਿਆਨ 'ਚ ਰੱਖਿਓ ਅਤੇ ਬਾਕੀ ਆਪਣੇ ਸਮ ਆਪਾਂ ਇਸ ਮੈਥਡ ਨਾਲ ਕਰ ਲਾਂਗੇ। ਸੈਕਿੰਡ ਸਮ ਦੇਖੋ, ਦਾ ਹਾਈਟ ਆਫ ਏ ਰਾਈਟ ਐਂਗਲਡ ਟਰੈਂਗਲ। ਹੁਣ ਇੱਕ ਆਪਣੇ ਕੋਲੇ ਸਮਕੋਣੀ ਤਿਕੋਣ ਦੀ ਗੱਲ ਹੋ ਰਹੀ ਹੈ। ਤਾਂ ਕਹਿੰਦੇ ਜਿਹੜੀ ਹਾਈਟ ਆਫ ਰਾਈਟ ਐਂਗਲ ਟਰੈਂਗਲ ਹੈ ਉਹ 7 ਸੈਂਟੀਮੀਟਰ ਲੈਸ ਦੈਨ ਇਟਸ ਬੇਸ ਅਤੇ ਹਾਈਪੋਟੇਨਿਊਜ਼ ਇਜ਼ 13। ਤਾਂ ਹਾਈਪੋਟੇਨਿਊਜ਼ ਤਾਂ ਆਪਾਂ ਨੂੰ ਪਹਿਲਾਂ ਹੀ ਦੇਤਾ ਕਿੰਨਾ 13 ਸੈਂਟੀਮੀਟਰ। ਅਤੇ ਜਿਹੜਾ ਕਹਿੰਦੇ ਹਾਈਟ ਹੈ ਉਹ ਬੇਸ ਨਾਲੋਂ 7 ਸੈਂਟੀਮੀਟਰ ਘੱਟ ਹੈ। ਤਾਂ ਇੱਦਾਂ ਆਪਾਂ ਲੈਟ ਕਰ ਲਿਆ। ਪਤਾ ਕੀ ਕਰਨਾ ਹੈ? ਫਾਈਂਡ ਦਾ ਰਿਮੇਨਿੰਗ 2 ਸਾਈਡਸ। ਰਿਮੇਨਿੰਗ ਕਿਹੜੀਆਂ ਬੇਟਾ? ਇੱਕ ਤਾਂ ਲੰਬ ਰਹਿ ਗਿਆ ਤੁਹਾਡਾ, ਇੱਕ ਆਧਾਰ ਰਹਿ ਗਿਆ ਕਿਉਂਕਿ ਕਰਨ ਤਾਂ ਇਹਨੇ ਦੇ ਹੀ ਦਿੱਤਾ। ਠੀਕ ਹੈ ਜੀ, ਸਮ ਸ਼ੁਰੂ ਕਰਦੇ ਹਾਂ। ਪਹਿਲਾਂ ਮੰਨੋ ਆਧਾਰ ਲੈਟ ਬੇਸ ਕਿੰਨਾ ਆਪਣਾ x। ਤਾਂ ਅਕੋਰਡਿੰਗ ਟੂ ਕੁਐਸਚਨ ਹਾਈਟ ਮਤਲਬ ਲੰਬ ਕਿੰਨਾ ਹੋ ਜਾਊਗਾ x ਮਾਈਨਸ 7। ਤਾਂ ਇਨ ਰਾਈਟ ਟਰੈਂਗਲ, ਇਹਨੂੰ ਨਾਮ ਵੀ ਦੇ ਲਓ ABC, ਇਨ ਰਾਈਟ ਟਰੈਂਗਲ ABC ਯੂਜ਼ਿੰਗ ਪਾਇਥਾਗੋਰਸ ਥਿਓਰਮ। ਕਿਉਂਕਿ ਜਦੋਂ ਵੀ ਬੇਟਾ ਸਮਕੋਣੀ ਤਿਕੋਣ ਆ ਗਈ ਤਾਂ ਪਾਇਥਾਗੋਰਸ ਥਿਓਰਮ ਤਾਂ ਲੱਗੇਗੀ ਹੀ। ਠੀਕ ਹੈ, ਥਿਓਰਮ। ਤਾਂ ਹੁਣ ਇੱਥੇ ਕੀ ਆਊਗਾ ਫਿਰ? 90 ਦੇ ਸਾਹਮਣੇ ਕਿਹੜੀ ਸਾਈਡ ਹੈ ਬੱਚੇ? AC। ਤਾਂ AC ਦਾ ਸਕੇਅਰ ਇਜ਼ ਇਕੁਅਲ ਟੂ AB ਸਕੇਅਰ ਪਲੱਸ BC ਸਕੇਅਰ। ਠੀਕ ਹੈ, ਇਹੀ ਹੁੰਦਾ ਕਰਨ ਦਾ ਸਕੇਅਰ ਬਰਾਬਰ ਲੰਬ ਦਾ ਸਕੇਅਰ ਪਲੱਸ ਆਧਾਰ ਦਾ ਸਕੇਅਰ। ਕਰਨ ਕਿਹੜਾ ਹੈ 13, AB ਕਿੰਨਾ ਦਿੱਤਾ ਹੋਇਆ x ਮਾਈਨਸ 7 ਦਾ ਸਕੇਅਰ,
ਆਧਾਰ BC ਕਿੰਨਾ ਮੰਨਿਆ ਆਪਾਂ x। ਤਾਂ 13 ਦਾ ਸਕੁਅਰ ਕਿੰਨਾ ਹੋ ਗਿਆ 169। ਹੁਣ ਇੱਥੇ ਕਿਹੜੀ ਆਇਡੈਂਟੀਟੀ ਲੱਗੂਗੀ a ਮਾਈਨਸ b ਦਾ ਸਕੁਅਰ ਵਾਲੀ, ਠੀਕ ਹੈ। ਤੇ ਕਿਵੇਂ ਖੁੱਲਦੀ ਹੁੰਦੀ ਆ ਉਹ a ਸਕੁਅਰ ਪਲੱਸ b ਦਾ ਸਕੁਅਰ, ਮਤਲਬ 7 ਦਾ ਸਕੁਅਰ ਕਿੰਨਾ ਹੋ ਗਿਆ 49, ਫਿਰ ਮਾਈਨਸ 2 ਗੁਣਾ a ਗੁਣਾ b, ਇਹ ਲੱਗਦਾ ਹੁੰਦਾ। ਤਾਂ ਇੱਥੇ ਕਿੰਨਾ ਆ ਜਾਊਗਾ ਦੇਖੋ 7 ਦੂਣੀ 14 x ਪਲੱਸ ਕੀ ਹੈ x ਸਕੁਅਰ। ਰਾਈਟ ਸਾਈਡ ਤੇ ਦੇਖੋ x ਸਕੁਅਰ ਤੇ x ਸਕੁਅਰ ਲਾਈਕ ਟਰਮਸ ਨੇ, ਜੋੜ ਲਓ। x ਵਾਲੀ ਸਿੰਗਲ ਹੈ, 169 ਵੀ ਆਪਾਂ ਰਾਈਟ ਸਾਈਡ ਤੇ ਲੈ ਗਏ, ਠੀਕ ਹੈ ਬੇਟਾ। ਇੱਥੇ ਤੱਕ ਸਾਰਾ ਕਲੀਅਰ ਹੋ ਗਿਆ। ਹੁਣ ਆਪਾਂ ਇਸ ਨੂੰ ਇੱਥੇ ਜਾਂ ਤਾਂ ਤੁਸੀਂ ਬੇਟਾ ਸਕਰੀਨਸ਼ਾਟ ਲੈ ਲਓ ਜਾਂ ਫਿਰ ਇਸ ਨੂੰ ਲਿਖ ਲਓ ਕਿਤੇ, ਠੀਕ ਹੈ, ਕਿਉਂਕਿ ਹੁਣ ਮੈਨੂੰ ਇੱਥੋਂ ਸਕਰੀਨ ਜਿਹੜੀ ਹੈ ਉਹ ਸਾਫ਼ ਕਰਨੀ ਪੈਣੀ ਹੈ। ਹਾਂਜੀ, ਤਾਂ ਕਿੱਥੇ ਪਹੁੰਚ ਗਏ ਸੀ ਬੇਟਾ ਆਪਾਂ 2x ਸਕੁਅਰ ਮਾਈਨਸ 14x ਪਲੱਸ 49 ਮਾਈਨਸ 169 ਬਰਾਬਰ 0। ਉਦੋਂ ਲੈਫਟ ਸਾਈਡ ਤੇ 0 ਸੀ, ਠੀਕ ਹੈ। ਇਹਨੂੰ ਔਰ ਲਿਖ ਕੇ ਰਾਈਟ ਸਾਈਡ ਤੇ ਕਰ ਸਕਦੇ ਹਾਂ ਕਿਉਂਕਿ ਆਪਾਂ ਸਿਰਫ ਪਾਸਾ ਬਦਲਿਆ ਇਹਨਾਂ ਦਾ, ਹੋਰ ਕੋਈ ਚੇਂਜ ਨਹੀਂ ਕੀਤਾ। ਤਾਂ 2x ਸਕੁਅਰ ਮਾਈਨਸ 14x 169 ਦੇ ਵਿੱਚੋਂ ਆਪਾਂ 49 ਘਟਾਉਣੇ ਨੇ, ਕਿੰਨਾ ਆ ਜਾਊਗਾ 120, ਕਿਸ ਦਾ ਮਾਈਨਸ ਦਾ। ਸੇਮ ਬੇਟਾ ਪਿਛਲੇ ਸਵਾਲ ਵਾਂਗੂ ਇਹਦੇ ਵਿੱਚ ਸਾਰੇ ਵਿੱਚੋਂ 2 ਕਾਮਨ ਨਿਕਲ ਰਿਹਾ, ਤਾਂ ਉਹਨੂੰ ਬਾਹਰ ਕੱਢਣ ਦੀ ਲਿਖ ਕੇ ਰੱਖਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸਿਰਫ ਇੱਕ ਔਰ ਸ਼ਬਦ ਪਾਓ ਤੇ 2 ਨਾਲ ਇਹਨੂੰ ਸਾਰੇ ਨੂੰ ਡਿਵਾਈਡ ਕਰ ਦਿਓ, ਠੀਕ ਹੈ। ਕਿਉਂਕਿ ਉਹ ਅੰਡਰਸਟੂਡ ਹੀ ਹੈ ਕਿ ਜਦੋਂ 2 ਇੱਥੋਂ ਕਾਮਨ ਲਾਉਂਗੇ ਇੱਦਾਂ ਤਾਂ ਉਹਨੇ ਦੂਜੇ ਪਾਸੇ ਜਦੋਂ 0 ਦੇ ਨੀਚੇ ਜਾਊਗਾ ਉਹਨੇ 0 ਹੀ ਹੋ ਜਾਣਾ, ਇਸ ਕਰਕੇ ਸਿਰਫ ਔਰ ਪਾ ਕੇ 2 ਕਾਮਨ ਲੈ ਲਿਆ ਕਰੋ। ਹੁਣ ਦੇਖੋ ਇੱਥੇ ਆਪਾਂ ਲਗਾਉਂਦੇ ਹਾਂ D ਵਾਲਾ ਫਾਰਮੂਲਾ। A ਕਿੰਨਾ 1, B ਕਿੰਨਾ ਮਾਈਨਸ ਦਾ 7, C ਕਿੰਨਾ ਮਾਈਨਸ ਦਾ 60। ਡਿਸਕ੍ਰੀਮੀਨੈਂਟ ਇਜ਼ B ਸਕੁਅਰ ਮਾਈਨਸ 4AC ਮਾਈਨਸ 7 ਦਾ ਸਕੁਅਰ ਮਾਈਨਸ 4AC। 7 7 ਹੀ ਹੋ ਗਿਆ ਜੀ 49 ਪਲੱਸ 240, 6 ਚੌਕਾ 24, ਠੀਕ ਹੈ, ਨਾਲ 0 ਆਣੀ ਹੋਈ ਹੈ। ਇਹ ਜੋੜੋਗੇ ਤਾਂ ਇਹ ਬਣ ਗਿਆ ਬੇਟਾ ਜੀ 289। ਤਾਂ ਇਹ ਹੈਗਾ ਗ੍ਰੇਟਰ ਦੈਨ 0 ਤੇ ਰੂਟਸ ਕੀ ਆਣਗੇ ਆਪਣੇ ਰੀਅਲ। ਹੁਣ ਤੁਸੀਂ ਲਗਾਉਣਾ ਹੈ ਕੁਆਡਰੈਟਿਕ ਫਾਰਮੂਲਾ। ਤਾਂ x ਇਜ਼ ਇਕੁਅਲ ਟੂ ਮਾਈਨਸ b ਪਲੱਸ ਮਾਈਨਸ ਅੰਡਰ ਰੂਟ d ਓਵਰ 2a। ਜਦੋਂ ਮਾਈਨਸ b ਲਿਖਣਾ ਤਾਂ ਮਾਈਨਸ ਤਾਂ ਮੈਂ ਲਿਖ ਲਿਆ, b ਜਿਹੜਾ ਹੈ ਉਹ ਆਲਰੇਡੀ ਮਾਈਨਸ ਦਾ ਹੀ 7 ਹੈ, ਤਾਂ ਇੱਥੇ ਕਿੰਨਾ ਲਿਖਾਂਗੇ ਪਲੱਸ ਹੋ ਜਾਏਗਾ। d ਦੀ ਵੈਲਿਊ 289, 2a ਦੀ ਵੈਲਿਊ ਕਿੰਨੀ ਹੈ ਜੀ 1। ਹਾਂਜੀ ਬੱਚੇ 299 ਕਿਹਦਾ ਹੁੰਦਾ ਜੀ ਸਕੁਅਰ 17 ਦਾ, ਤਾਂ ਇਹਦਾ ਸਕੁਅਰ ਰੂਟ ਕੀ ਨਿਕਲਿਆ ਆ 17। ਤਾਂ ਆਪਣੇ ਰੂਟਸ ਕਿਹੜੇ ਕਿਹੜੇ ਬਣ ਗਏ, ਇੱਕ ਤਾਂ ਹੈਗਾ 7 ਰੂਟਸ ਆਰ 7 ਪਲੱਸ 17/2 ਹੈ, ਇੱਕ 7 ਮਾਈਨਸ 17/2 ਹੈ। 17 'ਚ 7 ਜੋੜੋਗੇ 24/2, ਇਹ ਤਾਂ ਕੱਟ ਕੇ ਆ ਜਾਊਗਾ 12, ਤੇ ਇੱਥੇ ਆ ਜਾਊਗਾ ਮਾਈਨਸ ਦਾ 10/2, ਤਾਂ ਇਹ ਆਊਗਾ ਮਾਈਨਸ ਦਾ 5। ਇੱਥੇ ਤੁਸੀਂ ਲਿਖੋਗੇ ਨੋਟ ਪੋਸੀਬਲ। ਕਿਉਂ ਨੋਟ ਪੋਸੀਬਲ ਹੈ, ਕਿਉਂਕਿ ਜਿਹੜੀ ਸਮਕੋਣੀ ਤਿਕੋਣ ਦੀ ਕੋਈ ਵੀ ਭੁਜਾ ਹੈ ਸਾਈਡ ਆਫ ਰਾਈਟ ਐਂਗਲ ਟ੍ਰਾਇੰਗਲ ਆ ਉਹ ਨੈਗੇਟਿਵ ਨਹੀਂ ਹੋ ਸਕਦੀ। ਤਾਂ ਆਪਣਾ ਇੱਕ ਆਂਸਰ ਕਿੰਨਾ ਆਇਆ ਬੇਟਾ 12। ਸਕਰੀਨਸ਼ਾਟ ਲੈ ਲਓ ਇਸ ਦਾ। ਇੱਥੇ ਆਪਾਂ ਨੇ ਆਂਸਰ ਆ ਗਿਆ 12, ਇਹ 13 ਦਿੱਤਾ ਹੋਇਆ ਸੀ ਤੇ ਹਾਈਟ ਬਾਰੇ ਉਹਨੇ ਕੀ ਕਿਹਾ ਸੀ ਵੀ ਇਹਦੇ ਵਿੱਚੋਂ 7 ਘੱਟ ਹੈ 12 ਤੋਂ, ਤਾਂ ਇਹ ਕਿੰਨੀ ਹੋ ਜੂਗੀ 5। ਤਾਂ ਆਪਾਂ ਇੱਥੇ ਲਿਖਾਂਗੇ 100 ਬੇਸ ਜਿਹੜਾ ਆਧਾਰ ਹੈ ਉਹ ਕਿੰਨਾ ਆ ਗਿਆ 12 ਸੈਂਟੀਮੀਟਰ, ਤੇ ਜਿਹੜੀ ਹਾਈਟ ਹੈ ਜਾਂ ਲੰਬ ਹੈ ਉਹ ਕਿੰਨਾ ਆ ਜਾਊਗਾ 12 ਮਾਈਨਸ 7 ਮਤਲਬ 5 ਸੈਂਟੀਮੀਟਰ। ਠੀਕ ਹੈ ਬੇਟਾ, ਤਾਂ ਇਸ ਨੂੰ ਤੁਸੀਂ ਗੁਣਨਖੰਡ ਵਿਧੀ ਰਾਹੀਂ ਵੀ ਹੱਲ ਕਰ ਸਕਦੇ ਹੋ। ਤਾਂ ਆਪਣੇ ਕਿਹੜੇ ਕਿਹੜੇ ਆਂਸਰ ਆਏ ਨੇ 5 ਤੇ 12, ਆਪਸ਼ਨ ਨੰਬਰ ਸੀ। ਠੀਕ ਹੈ ਬੇਟਾ, ਇਹ ਸਮਝ ਆ ਗਿਆ। ਥਰਡ ਕੁਐਸਚਨ, ਹਾਂਜੀ ਥਰਡ ਕੁਐਸਚਨ ਹੈਗਾ ਜੀ ਦ ਡਾਇਗਨਲ ਆਫ ਏ ਰੈਕਟੈਂਗੂਲਰ ਫੀਲਡ। ਹੁਣ ਇੱਥੇ ਕਿਸ ਦੀ ਗੱਲ ਹੋ ਰਹੀ ਹੈ ਰੈਕਟੈਂਗਲ ਦੀ ਤੇ ਉਸਦੇ ਡਾਇਗਨਲ ਦੀ। ਠੀਕ ਹੈ, ਤੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸਾਰੇ ਐਂਗਲ ਰੈਕਟੈਂਗਲ ਦੇ ਕਿੰਨੇ ਹੁੰਦੇ ਨੇ 90 ਡਿਗਰੀ। ਇਹਨੇ ਕਿਹਾ ਡਾਇਗਨਲ ਇਜ਼ 60 ਮੀਟਰ ਮੋਰ ਦੈਨ ਦਾ ਸ਼ਾਰਟਰ ਸਾਈਡ। ਕਹਿੰਦੇ ਜਿਹੜੀ ਛੋਟੀ ਭੁਜਾ ਤੋਂ 60 ਮੀਟਰ ਲੰਬਾ ਹੈ ਵਿਕਰਨ। ਹੁਣ ਛੋਟੀ ਭੁਜਾ ਕਿਹੜੀ ਹੈ ਇੱਧਰ ਵਾਲੀ ਹੈ ਚੌੜਾਈ, ਇਹਦੇ ਨਾਲੋਂ 60 ਮੀਟਰ ਜ਼ਿਆਦਾ ਹੈ। ਠੀਕ ਹੈ, ਲੰਬਾ ਹੈ। ਜੇਕਰ ਵੱਡੀ ਭੁਜਾ,
ਹੁਣ ਇਹ ਛੋਟੀ ਭੁਜਾ ਹੈ ਤਾਂ ਇਹ ਵਾਲੀ ਵੱਡੀ ਭੁਜਾ ਹੋਏਗੀ ਨਾ, ਠੀਕ ਹੈ। ਤਾਂ ਜਿਹੜੀ ਵੱਡੀ ਭੁਜਾ ਉਹ ਛੋਟੀ ਭੁਜਾ ਤੋਂ 30 ਮੀਟਰ ਵੱਧ ਹੈ, ਤਾਂ ਇੱਥੇ ਕੀ ਲਿਖਾਂਗੇ, x + 30 ਹੈ। ਤਾਂ ਕਹਿੰਦੇ ਖੇਤ ਦੀਆਂ ਭੁਜਾਵਾਂ ਪਤਾ ਕਰੋ, ਫਾਈਂਡ ਦਾ ਸਾਈਡਸ ਆਫ ਦਾ ਫੀਲਡ। ਸੇਮ ਬੱਚੇ ਇਹਦੇ ਵਿੱਚ ਕੀ ਲੱਗਣਾ ਹੈ, ਪਾਇਥਾਗੋਰਸ ਥਿਓਰਮ, ਠੀਕ ਹੈ, ਕਿਉਂਕਿ ਆਪਣੇ ਕੋਲ ਲੰਬ ਹੈ, ਕਰਨ ਹੈ, ਆਧਾਰ ਹੈ। ਫਿਗਰ ਬਣਾਉਣੀ ਜ਼ਰੂਰੀ ਹੈ। ਇਨ ਰਾਈਟ ਟ੍ਰਾਇੰਗਲ, RT ਲਿਖਿਆ ਹੋਇਆ, ਠੀਕ ਹੈ, ਇਹਨੂੰ ਸ਼ਾਰਟ ਫਾਰਮ ਲਿਖਦੇ ਹੁੰਦੇ ਆ। ਇਨ ਰਾਈਟ ਟ੍ਰਾਇੰਗਲ ABC ਯੂਜ਼ਿੰਗ ਪਾਇਥਾਗੋਰਸ ਥਿਓਰਮ। ਪੰਜਾਬੀ ਮੀਡੀਅਮ ਵਾਲੇ ਬੱਚੇ ਫਟਾਫਟ ਆਪ ਲਿਖ ਲਓ। ਤਿਕੋਣ ABC ਵਿੱਚ, ਸਮਕੋਣੀ ਤਿਕੋਣ ABC ਵਿੱਚ ਪਾਇਥਾਗੋਰਸ ਥਿਓਰਮ ਦੀ ਵਰਤੋਂ ਕਰਕੇ। ਤਾਂ ਕੀ ਆਊਗਾ ਬੇਟਾ, 90 ਦੇ ਸਾਹਮਣੇ ਕਿਹੜੀ ਸਾਈਡ ਹੈ, AC ਦਾ ਸਕੇਅਰ ਬਰਾਬਰ AB ਦਾ ਸਕੇਅਰ ਪਲੱਸ BC ਦਾ ਸਕੇਅਰ। ਤਾਂ AC ਕਿੰਨੀ ਹੈ ਬੇਟਾ ਤੁਹਾਡੇ ਕੋਲੇ, x + 60, AB ਕਿੰਨੀ ਹੈ, x, BC ਕਿੰਨੀ ਹੈ, x + 30, ਠੀਕ ਹੈ। ਹੁਣ ਇਹ ਸਾਰਿਆਂ 'ਚ ਹੀ ਫਾਰਮੂਲੇ ਲੱਗਣਗੇ। A + B ਦਾ ਸਕੇਅਰ ਕਿਹਦੇ ਬਰਾਬਰ ਹੁੰਦਾ ਬੇਟਾ, A² + B² + 2AB। ਇਹੀ ਫਾਰਮੂਲਾ ਆਪਾਂ ਇਹ 2 ਵਾਰੀ ਲਗਾਉਣਾ। ਹਾਂਜੀ, x ਦਾ ਸਕੇਅਰ, 60 ਦਾ ਸਕੇਅਰ ਕਿੰਨਾ ਹੋ ਗਿਆ, ਛਿਕਮ 36, ਤਾਂ 3600 + 2AB ਹੁੰਦਾ, ਤਾਂ 2AB ਕਰੋਗੇ ਕਿੰਨਾ ਆਜੂ, 60 ਦੂਣਾ 120x ਬਰਾਬਰ ਕਿੰਨਾ, x² ਪਲੱਸ ਇਸ ਤੇ ਫਿਰ ਆਇਡੈਂਟੀ ਲੱਗਣੀ ਹੈ, x² + 30 ਦਾ ਸਕੇਅਰ ਕਿੰਨਾ ਹੋ ਗਿਆ, 900, 30 ਦੂਣਾ 60x। ਇੱਕ x² ਤੇ ਇੱਕ x² ਬਰਾਬਰ ਹੈ ਦੇ ਦੋਨੋਂ ਪਾਸੇ ਨੇ, ਤਾਂ ਉਹ ਆਪਸ 'ਚ ਕੈਂਸਲ ਹੋ ਜਾਣਗੇ, ਠੀਕ ਹੈ। ਤਾਂ ਹੁਣ ਤੁਸੀਂ ਕੀ ਕਰੋ, ਇੱਧਰਲੀ ਸਾਈਡ ਰੱਖ ਲਓ 0, ਸਾਰੀ ਉੱਧਰਲੀ ਰਕਮ ਮੈਂ ਪਹਿਲਾਂ ਸੇਮ ਲਿਖੀ ਹੈ, ਫਿਰ ਇਹ ਦੋਨੋਂ ਰਕਮਾਂ ਜੋ ਸੀਗੀਆਂ ਇਹਨੂੰ ਰਾਈਟ ਸਾਈਡ 'ਤੇ ਲੈ ਜਾਓ, ਇਹ ਸਾਈਨ ਚੇਂਜ ਕਰਕੇ ਜਾਣਗੀਆਂ। ਤਾਂ ਇੱਥੇ ਆ ਜਾਊਗਾ ਬੇਟਾ ਜੀ x², 120 ਦੇ ਵਿੱਚੋਂ 60 ਘਟਾਉਂਗੇ ਤਾਂ ਇਹ ਆ ਜਾਊਗਾ -10 60x, 3600 ਦੇ ਵਿੱਚੋਂ 900 ਘਟਾਉਂਗੇ ਤਾਂ ਇਹ ਆ ਜਾਊਗਾ -10 2700, ਤੇ ਬਰਾਬਰ ਕੀ ਹੈ ਬੇਟਾ 0। ਹੁਣ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਰੱਖੋ ਤਾਂ ਕਿ ਆਪਾਂ ਇਸ ਨੂੰ ਸ਼ੀਟ ਨੂੰ ਸਾਫ਼ ਕਰੀਏ ਤੇ ਨੈਕਸਟ ਸ਼ੀਟ ਤੇ ਆਈਏ, ਠੀਕ ਹੈ ਜੀ। ਇਹ ਹੋ ਗਿਆ ਬੇਟਾ x² - 60x - 2700 = 0। ਸੇਮ ਗੱਲ ਮੈਂ ਰਾਈਟ ਸਾਈਡ ਤੇ 0 ਲੈ ਗਈ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਡੀ ਫਾਈਂਡ ਕਰਦੇ ਹਾਂ, ਮਾਈਨਸ ਦੇ 60 ਦਾ ਸਕੇਅਰ -4 × 1 × 2700, ਇੱਕ ਮਿੰਟ ਇਹ ਵੀ ਨੈਗੇਟਿਵ ਸੀ, ਬ੍ਰੈਕਟ ਪਾਣੀ ਪਏਗੀ। 60 ਦਾ ਸਕੇਅਰ ਕਿੰਨਾ ਹੋ ਗਿਆ ਜੀ 3600, ਇੱਥੇ ਪਲੱਸ ਆਏਗਾ, 2700 ਨੂੰ 4 ਨਾਲ ਗੁਣਾ ਕਰਨੀ ਹੈ, ਤਾਂ 27 ਨੂੰ 4 ਨਾਲ ਗੁਣਾ ਕਰ ਲਓ, 10800, ਠੀਕ ਹੈ। ਇਹਦੇ ਵਿੱਚ 3600 ਜੋੜੋ ਤਾਂ ਇੰਨਾ ਬਣ ਗਿਆ, ਦੇਖੋ ਗ੍ਰੇਟਰ ਦੈਨ 0 ਹੀ ਹੈ, ਤਾਂ ਰੂਟਸ ਕੀ ਨੇ ਬੱਚੇ, ਰੀਅਲ। ਤਾਂ ਹੁਣ ਅੱਗੇ ਫਾਰਮੂਲਾ ਲਗਾਓ, -b + √d/2a। ਹਾਂਜੀ, ਤਾਂ ਇੱਥੇ ਆਪਾਂ ਫਾਰਮੂਲੇ 'ਚ ਭਰੋ ਵੈਲਿਊ, -b, ਜਦੋਂ ਮੈਂ -b ਲਿਖਦੀ ਹਾਂ ਤਾਂ ਮਾਈਨਸ ਆਪ ਹੈ, ਤੇ ਮਾਈਨਸ ਜਿਹੜਾ b ਹੈ ਉਹ ਵੀ ਮਾਈਨਸ ਦਾ ਹੀ ਹੈ, ਇੱਥੇ ਪਲੱਸ ਹੋ ਜਾਏਗਾ, +-14400 ਓਵਰ 2a ਲਿਖਣਾ ਹੈ, ਤਾਂ 2 × 1। ਹਾਂਜੀ, 144 ਦਾ ਵਰਗਮੂਲ ਕਿੰਨਾ ਹੁੰਦਾ ਹੈ, 12, ਪਿੱਛੇ 2 ਜ਼ੀਰੋਆਂ ਨੇ ਜੋਟੇ ਦੀਆਂ ਤਾਂ 1 0 12 ਆ ਗਈ, ਠੀਕ ਹੈ, ਓਵਰ ਕਿੰਨਾ 2। ਹੁਣ ਇਹਦਾ ਸਕਰੀਨਸ਼ਾਟ ਲਓ ਜਾਂ ਇਹਨੂੰ ਫਟਾਫਟ ਕਾਪੀ ਤੇ ਲਿਖੋ, ਤੇ ਮੈਂ ਇੱਥੋਂ ਸਕਰੀਨ ਕਲੀਅਰ ਕਰ ਰਹੀ ਹਾਂ। ਇਹ ਆ ਗਿਆ ਬੇਟੇ ਆਪਣੇ ਕੋਲੇ 60 ± 120 ਓਵਰ 2। ਤਾਂ ਕਿਹੜੇ ਕਿਹੜੇ ਰੂਟਸ ਆ ਗਏ, ਇੱਕ ਤਾਂ 60 + 120 ਕਰੋਗੇ, ਇੱਕ 60 - 120 ਕਰੋਗੇ, ਇੱਥੇ ਤਾਂ ਆ ਜਾਊਗਾ ਬੇਟਾ 180/2 ਮੀਨਸ 90, ਇੱਥੇ ਆ ਜਾਊਗਾ -60 ਓਵਰ 2 ਮਤਲਬ -30। ਤਾਂ ਜਿਹੜਾ -30 ਹੈ ਉਸਨੂੰ ਲਿਖੋ ਨਾਟ ਪੋਸੀਬਲ, ਕਿਉਂ, ਕਿਉਂਕਿ ਇਹ ਸੀਗੀਆਂ ਆਇਤ ਦੀਆਂ ਭੁਜਾਵਾਂ ਸੀ, ਤਾਂ ਉਹ ਨੈਗੇਟਿਵ ਨਹੀਂ ਹੋ ਸਕਦੀਆਂ। ਦੇਖੋ ਇਹ 60 ਵੱਧ ਸੀ ਛੋਟੀ ਭੁਜਾ ਤੋਂ, ਤੇ 30 ਵੱਧ ਸੀ, ਤੇ ਕੁਐਸਚਨ ਸੀਗਾ ਸਾਰੀਆਂ ਹੀ ਭੁਜਾਵਾਂ ਕੱਢਣੀਆਂ ਨੇ। ਤਾਂ ਹਾਂ ਬੇਟਾ ਸ਼ੁਰੂ ਕਰਦਿਆਂ ਨੂੰ ਲਿਖਣਾ ਛੋਟੀ ਭੁਜਾ, ਉਹ ਕਿੰਨੀ ਆਈ ਹੈ 90, ਜੋ ਫਸਟ ਆਨਸਰ ਆਇਆ ਆਪਣਾ, ਤੇ ਵੱਡੀ ਭੁਜਾ
ਵੱਡੀ ਭੁਜਾ ਇਸ ਤੋਂ 30 ਜ਼ਿਆਦਾ ਹੈ ਤਾਂ ਕਿੰਨਾ ਬਣ ਗਿਆ ਬੱਚਾ 120 ਮੀਟਰ। ਇਹ ਵੀ ਮੀਟਰ ਹੈ। ਹੁਣ ਰਹਿ ਗਿਆ ਆਪਣਾ ਕਰਨ, ਪਰ ਖੇਤ ਦੀਆਂ ਭੁਜਾਵਾਂ ਹੀ ਕਿਹਾ ਹੈ ਨਾ, ਤਾਂ ਵਿਕਰਨ ਦੀ ਗੱਲ ਤਾਂ ਕਹੀ ਨਹੀਂ, ਪਰ ਆਪਾਂ ਕੱਢ ਕੇ ਦਿਖਾ ਦਿੰਦੇ ਇੱਕ ਵਾਰ ਕਿੰਨਾ ਬਣੂਗਾ 90 + 60 ਮਤਲਬ 9 ਤੇ 6 15 150 ਮੀਟਰ। ਪਰ ਇਹ ਪੁੱਛਿਆ ਨਹੀਂ ਸੀ, ਭੁਜਾਵਾਂ ਹੀ ਪੁੱਛੀਆਂ ਨੇ। ਤਾਂ ਦੇਖੋ ਕਿੱਥੇ ਆਨਸਰ ਹੈਗਾ ਇਹਦਾ, ਬੀ ਆਪਸ਼ਨ 'ਚ ਹੈ 90 120। ਕਲੀਅਰ ਹੋ ਗਿਆ ਬੇਟਾ ਇਹ ਸਮ ਤੁਹਾਨੂੰ। ਨੈਕਸਟ ਕਰਦੇ ਹਾਂ, ਨੈਕਸਟ ਐਂਡ ਲਾਸਟ। ਹਾਂਜੀ ਇਹ ਕੁਐਸਚਨ ਦੇਖੋ, ਸਮ ਆਫ ਦਾ ਏਰੀਆਜ਼ ਆਫ 2 ਸਕੁਅਰਸ ਇਜ਼ 468 ਮੀਟਰ ਸਕੁਅਰ। 2 ਵਰਗ ਨੇ ਤੇ ਉਹਨਾਂ ਦੇ ਖੇਤਰਫਲਾਂ ਦਾ ਜੋੜ ਕਿੰਨਾ ਹੈ 468। ਤਾਂ ਇਹਦੇ ਲਈ ਬੇਟਾ ਕੀ ਮੰਨੋਗੇ, ਤੁਹਾਡੇ ਕੋਲ 2 ਸਕੁਅਰ ਨੇ ਕਹਿੰਦੇ, ਤਾਂ ਤੁਸੀਂ ਕੀ ਕਰੋ, ਇੱਕ ਦੀ ਸਾਈਡ ਨੂੰ ਤਾਂ x ਮੰਨ ਲਓ, ਇੱਕ ਦੀ ਸਾਈਡ ਨੂੰ y ਮੰਨ ਲਓ। ਤਾਂ ਇਹਦਾ ਖੇਤਰਫਲ ਕੀ ਹੋਊਗਾ x ਸਕੁਅਰ, ਕਿਉਂਕਿ ਭੁਜਾ ਗੁਣਾ ਭੁਜਾ ਹੁੰਦਾ, ਤੇ ਇਹਦਾ ਖੇਤਰਫਲ ਕੀ ਹੋਊਗਾ y ਸਕੁਅਰ। ਠੀਕ ਹੈ ਜੀ, ਇੰਨਾ ਸਮਝ ਲੱਗ ਗਿਆ। ਤੇ ਆਪਾਂ ਇਹੀ ਮੰਨਣਾ, ਮੰਨੋ ਦੋਨੋਂ ਵਰਗਾਂ ਦੀਆਂ ਭੁਜਾਵਾਂ, ਇੱਥੇ ਕਰਮਵਾਰ ਲਿਖ ਲਿਓ। ਠੀਕ ਹੈ, ਵੀ ਪਹਿਲੇ ਵਰਗ ਦੀ x ਹੈ, ਦੂਜੇ ਦੀ y ਹੈ। ਤੇ ਇੱਥੇ ਇੱਕ ਹੋਰ ਵੀ ਦੱਸਣਾ ਪਊਗਾ ਕਿ ਅਸੀਂ x ਨੂੰ y ਤੋਂ ਵੱਡਾ ਲੈ ਰਹੇ ਹਾਂ। ਠੀਕ ਹੈ, ਤੇ ਇੰਗਲਿਸ਼ ਕੀ ਲਿਖੋਗੇ, ਲੈਟ ਸਾਈਡਸ ਆਫ both ਸਕੁਅਰਸ ਰਿਸਪੈਕਟਿਵਲੀ। ਤਾਂ ਅਕੋਰਡਿੰਗ ਟੂ ਕੁਐਸਚਨ, ਪ੍ਰਸ਼ਨ ਦੇ ਅਨੁਸਾਰ ਕੀ ਹੈ, ਜੇ ਇਹਨਾਂ ਦੇ ਵਰਗਾਂ ਦਾ ਜੋੜ ਕਰਦੇ ਆ, ਮਤਲਬ ਭੁਜਾ ਗੁਣਾ ਭੁਜਾ ਕਰਦੇ ਆ, ਤਾਂ ਆਪਣੇ ਕੋਲੇ 468 ਆਉਂਦਾ ਹੈ, ਫਸਟ ਕੰਡੀਸ਼ਨ। ਸੈਕਿੰਡ ਕੀ ਹੈ, ਡਿਫਰੈਂਸ ਆਫ ਦੇਅਰ ਪੈਰੀਮੀਟਰ, ਤੇ ਉਹਨਾਂ ਦੇ ਪਰਿਮਾਪਾਂ ਦਾ ਜਿਹੜਾ ਅੰਤਰ ਹੈ ਉਹ 24 ਹੈ। ਪਰਿਮਾਪ ਕੀ ਹੁੰਦਾ, 4 ਗੁਣਾ ਭੁਜਾ। ਠੀਕ ਹੈ, ਤਾਂ 4 ਗੁਣਾ ਭੁਜਾ, ਤਾਂ ਆਪਾਂ x ਵੱਡਾ ਲਿੱਤਾ ਸੀ, ਤਾਂ x ਵਾਲੇ ਪੈਰੀਮੀਟਰ 'ਚੋਂ ਆਪਾਂ y ਵਾਲੇ ਦਾ ਪੈਰੀਮੀਟਰ ਘਟਾਉਂਦੇ ਆ, ਆਨਸਰ ਆਉਂਦਾ 24। ਹੁਣ ਦੇਖੋ ਸਾਰੇ ਅੱਖਰਾਂ ਨੂੰ, ਸਾਰਿਆਂ 'ਚੋਂ 4 ਸਾਂਝਾ ਨਿਕਲਦਾ ਨਾ, ਦੇਖੋ ਮੈਂ 4 ਸਾਰਿਆਂ 'ਚੋਂ ਸਾਂਝਾ ਕੱਢਤਾ, ਮਤਲਬ 4 ਨਾਲ ਸਾਰੇ ਇਕੱਲੇ ਇਕੱਲੇ ਅੱਖਰ ਨੂੰ ਡਿਵਾਈਡ ਕਰਤਾ। ਤਾਂ ਇਹ ਸ਼ਾਰਟ ਮੈਥਡ ਹੁੰਦਾ ਬੇਟਾ। ਤੁਸੀਂ ਕੀ ਕਰੋਗੇ, ਪਹਿਲਾਂ ਇੱਥੋਂ 4 ਕਾਮਨ ਕੱਢੋਗੇ, ਇੱਧਰ 24 ਹੈ, ਫਿਰ ਤੁਸੀਂ ਉਹਦੇ ਨੀਚੇ 4 ਲੈ ਕੇ ਜਾਓਗੇ, ਫਿਰ ਉਹਨੂੰ ਕੱਟੋਗੇ, ਕਿੰਨੇ ਸਾਰੇ ਸਟੈਪ ਬਣ ਜਾਣਗੇ। ਤਾਂ ਉਹਨੂੰ ਆਪਾਂ ਥੋੜ੍ਹਾ ਸ਼ਾਰਟ 'ਚ ਲਿਖਿਆ। ਠੀਕ ਹੈ, ਤਾਂ ਇਹ ਹੋ ਗਈ ਬੇਟਾ ਆਪਣੇ ਕੋਲੇ ਸੈਕਿੰਡ ਇਕੁਏਸ਼ਨ। ਦੋਨਾਂ ਇਕੁਏਸ਼ਨਾਂ ਨੂੰ ਹੁਣ ਆਪਾਂ ਯੂਜ਼ ਕਰਨਾ, x ਇੱਕ ਪਾਸੇ ਰੱਖ ਲਓ, y ਆਪਾਂ ਦੂਜੀ ਸਾਈਡ ਲੈ ਗਏ, x ਦੀ ਵੈਲਿਊ ਆ ਗਈ, ਇਹਨੂੰ ਪੁੱਟ ਕਰਾਂਗੇ ਆਪਾਂ 1 ਦੇ ਵਿੱਚ। 1 ਦੇ ਵਿੱਚ x ਦੀ ਥਾਂ ਤੇ ਕੀ ਪੁੱਟ ਕਰਨਾ, 6 + y। ਹੁਣ ਇੱਥੇ ਇਹਨੂੰ ਸਕੁਅਰ ਖੋਲ੍ਹਣੇ ਪੈਣਗੇ। ਹੁਣ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਓ, ਜਾਂ ਫਿਰ ਮੈਂ ਕੀ ਕਹਿੰਦੀ ਹੁੰਦੀ ਹਾਂ, ਲਿਖ ਕੇ ਰੱਖ ਲਓ। ਠੀਕ ਹੈ, ਤਾਂ ਕਿ ਮੈਂ ਇਸ ਤੋਂ ਨੈਕਸਟ ਜਿਹੜੀ ਸ਼ੀਟ ਹੈ ਉਸ 'ਤੇ ਆ ਸਕਾਂ। ਆਪਾਂ ਕਿੱਥੇ ਤੱਕ ਪਹੁੰਚ ਗਏ ਸੀ ਜੀ, 6 + y ਦਾ ਸਕੁਅਰ ਪਲੱਸ y ਦਾ ਸਕੁਅਰ ਬਰਾਬਰ 468। ਹਾਂਜੀ ਇਹਦਾ ਸਕੁਅਰ ਖੋਲ੍ਹੋ, 6 ਦਾ ਸਕੁਅਰ 36 + y ਦਾ ਸਕੁਅਰ y ਸਕੁਅਰ ਪਲੱਸ 2ab ਹੁੰਦਾ, ਤਾਂ 6 ਦੂਣੀ 12y ਪਲੱਸ y ਸਕੁਅਰ 468 ਵੀ ਇੱਧਰ ਲੈਫਟ ਸਾਈਡ 'ਤੇ ਲੈ ਆਓ। y ਸਕੁਅਰ ਦੇ ਵਿੱਚ y ਸਕੁਅਰ ਜੋੜੇ 2y ਸਕੁਅਰ ਪਲੱਸ 12y। ਦੇਖੋ 36 ਜਿਹੜਾ ਹੈ ਉਹ ਇੱਥੇ ਵਿੱਚੋਂ ਘਟੂਗਾ, ਕਿੰਨਾ ਆਨਸਰ ਆ ਜਾਊਗਾ 432। ਫਿਰ ਧਿਆਨ ਦਿਓ ਸਾਰੇ ਅੱਖਰ 2 ਦੇ ਪਹਾੜੇ ਤੇ ਜਾ ਰਹੇ ਨੇ, ਜਾਂ ਲਿਖੋ ਤੇ 2 ਕਾਮਨ ਕੱਢ ਦਿਓ। ਠੀਕ ਹੈ ਜੀ, ਹੁਣ ਡੀ ਵਾਲਾ ਫਾਰਮੂਲਾ ਲਗਾ ਲਓ। ਤੁਹਾਡੀ ਮਰਜ਼ੀ ਹੈ ਬੇਟਾ, ਗੁਣਨਖੰਡ ਵਾਲਾ ਲਗਾਉਣਾ ਹੈ ਗੁਣਨਖੰਡ ਵਾਲਾ ਲਗਾ ਲਿਆ ਕਰੋ, ਡੀ ਵਾਲਾ ਲਗਾਉਣਾ ਹੈ ਡੀ ਵਾਲਾ ਲਗਾ ਲਿਆ ਕਰੋ। ਤਾਂ 20 ਦਾ ਸਕੁਅਰ ਮਤਲਬ 6 ਦਾ ਸਕੁਅਰ, 4 ਗੁਣਾ 1 ਗੁਣਾ ਮਾਈਨਸ ਦਾ 216। ਇਹ ਆ ਜਾਊਗਾ ਬੇਟਾ ਛਿਕਮ ਛਿਕਮ 36 ਪਲੱਸ ਆਊਗਾ 216 ਨੂੰ 4 ਨਾਲ ਗੁਣਾ ਕਰ ਲਓ 864। ਇਹਨਾਂ ਨੂੰ ਜੋੜੋ 900 ਆ ਜਾਊਗਾ, ਗ੍ਰੇਟਰ ਦੈਨ 0 ਹੈ। ਤਾਂ ਰੂਟਸ ਕੈਸੇ ਨੇ, ਰੀਅਲ ਨੇ। ਠੀਕ ਹੈ, ਇਹ ਲਿਖਣਾ ਹੁੰਦਾ ਜਦੋਂ ਆਪਾਂ ਡੀ ਕੱਢਦੇ ਹਾਂ, ਤਾਂ ਆਪਾਂ ਉਹਨੂੰ ਸਪਸ਼ਟ ਕਰਨਾ ਹੁੰਦਾ ਕਿ ਹਾਂਜੀ ਅਸੀਂ ਅੱਗੇ ਰੂਟਸ ਫਾਈਂਡ ਕਰ ਸਕਦੇ ਹਾਂ। ਠੀਕ ਹੈ, ਰੀਅਲ ਲਿਖਤਾ ਤਾਂ ਇਟ ਮੀਨਸ ਆਪਾਂ ਰੂਟਸ ਫਾਈਂਡ ਕਰ ਸਕਦੇ ਹਾਂ। ਤਾਂ ਹੁਣ ਇੱਥੇ y ਵਰਤਿਆ ਹੋਇਆ, ਤਾਂ ਆਪਣੇ ਫਾਰਮੂਲੇ ਦੇ ਵਿੱਚ ਵੀ y ਹੀ ਵਰਤਾਂਗੇ।
ਹਮੇਸ਼ਾ x ਬਰਾਬਰ ਨਹੀਂ ਲਿਖੀਦਾ ਹੁੰਦਾ। ਇਕੁਏਸ਼ਨ 'ਚ y ਜਿਹੜਾ ਹੈ ਚੱਲ ਹੈ ਤਾਂ ਆਪਾਂ ਵੀ y ਹੀ ਵਰਤਣਾ। ਮਾਈਨਸ b ਕਿੰਨਾ ਬੇਟਾ ਜੀ 6, d ਕਿੰਨਾ ਕੱਢਿਆ ਤੁਸੀਂ ਹੁਣੀ 900 ਬਟੇ 2 ਗੁਣਾ a ਕਿੰਨਾ ਇੱਥੇ 1 ਹੈ। ਠੀਕ ਹੈ, ਮਾਈਨਸ ਦਾ 6 ਪਲੱਸ ਮਾਈਨਸ 30, ਦੇਖੋ ਕਿਉਂ, ਕਿਉਂਕਿ 900 ਦਾ ਜਿਹੜਾ ਸਕੁਏਅਰ ਰੂਟ ਹੈ ਉਹ ਕਿੰਨਾ ਨਿਕਲੂਗਾ 30। ਠੀਕ ਹੈ ਨਾ, ਉਹ ਤੁਸੀਂ ਇੱਥੇ ਤੱਕ ਫਟਾਫਟ ਲਿਖ ਲਿਆ ਜੀ। ਨਾਓ ਆਈ ਐਮ ਕਲੀਅਰਿੰਗ ਦਿਸ ਸਕਰੀਨ। -6 ਪਲੱਸ -30 ਓਵਰ 2 ਤਾਂ ਰੂਟਸ ਕਿਹੜੇ ਕਿਹੜੇ ਆ ਗਏ ਬੇਟਾ, -6 ਪਲੱਸ 30, ਇੱਕ -6 -30, ਇੱਥੇ ਤਾਂ ਆ ਜਾਊਗਾ 24 ਬਟੇ 2 ਮਤਲਬ 12, ਇੱਥੇ ਆ ਜਾਊਗਾ ਆਪਣੇ ਕੋਲੇ ਮਾਈਨਸ ਦਾ 36 ਬਟੇ 2 ਮਤਲਬ ਮਾਈਨਸ ਦੇ 18। ਇੱਥੇ ਪੰਜਾਬੀ 'ਚ ਲਿਖਦਿਆ ਕਰੋ ਸੰਭਵ ਨਹੀਂ, ਇੰਗਲਿਸ਼ 'ਚ ਲਿਖਦਿਆ ਕਰੋ ਨਾਟ ਪੋਸੀਬਲ। ਅਤੇ ਕਰ ਕੀ ਰਹੇ ਸੀ ਆਪਾਂ, ਦੋਨੇ ਵਰਗਾਂ ਦੇ ਜਿਹੜਾ ਵਰਗਾਂ ਦਾ ਜੋੜ ਕਰ ਰਹੇ ਸੀ ਖੇਤਰਫਲਾਂ ਦਾ। ਪਤਾ ਕੀ ਕਰਨਾ, ਦੋਵੇਂ ਵਰਗਾਂ ਦੀਆਂ ਭੁਜਾਵਾਂ। ਤਾਂ ਹੁਣ ਇਹ ਆਨਸਰ ਕਿਹਦਾ ਆਇਆ ਬੇਟੇ y ਦਾ, ਤਾਂ ਇੱਕ ਵਰਗ ਦੀ ਭੁਜਾ ਕਿੰਨੀ ਹੋਗੀ 12 ਕੀ ਨੇ ਇਹ ਮੀਟਰ ਨੇ। ਠੀਕ ਹੈ 12 ਮੀਟਰ। ਤਾਂ ਦੂਜੇ ਵਰਗ ਦੀ ਭੁਜਾ ਇੰਗਲਿਸ਼ ਕੀ ਲਿਖੋਗੇ, ਸਾਈਡ ਆਫ ਫਸਟ 1 ਸਕੁਏਅਰ ਤੇ ਸਾਈਡ ਆਫ ਅਨਦਰ ਸਕੁਏਅਰ। ਤਾਂ ਦੂਜੇ ਦੀ ਕਿਵੇਂ ਪਤਾ ਕਰਾਂਗੇ ਬਈ, ਇਹ ਆਪਾਂ ਕਰਾਂਗੇ ਜਿਹੜੀ ਦੂਜੀ ਇਕੁਏਸ਼ਨ ਲਿਖੀ ਸੀ, ਜਿੱਥੇ ਤੁਸੀਂ ਲਿਖਿਆ ਹੋਇਆ ਉੱਥੇ ਚੈੱਕ ਕਰੋ। ਦੂਜੀ ਥਾਂ ਤੇ ਆਪਾਂ ਇਕੁਏਸ਼ਨ ਕੀ ਲਿਖੀ ਸੀ, x ਮਾਈਨਸ y ਇਜ਼ ਇਕੁਅਲ ਟੂ 6। ਕਦੋਂ, ਉਹਨੇ ਕਿਹਾ ਸੀ ਨਾ ਜਿਹੜਾ ਪੈਰੀਮੀਟਰਾਂ ਦਾ ਡਿਫਰੈਂਸ ਹੈ ਉਹ 24 ਹੈ, ਤਾਂ ਉਹਦੇ 'ਚ ਆਪਾਂ 4 ਕਾਮਨ ਕੱਢਣ ਤੋਂ ਬਾਅਦ ਇਹ ਇਕੁਏਸ਼ਨ ਬਣਾ ਲਈ ਸੀ। ਠੀਕ ਹੈ, ਇਹਦੇ ਵਿੱਚ ਤੁਸੀਂ y ਦੀ ਵੈਲਿਊ ਭਰ ਦਿਓ, ਤੁਹਾਡੇ ਕੋਲ x ਦੀ ਵੈਲਿਊ ਆ ਜਾਊਗੀ। y 12 ਆਇਆ, x ਕਿੰਨਾ ਆ ਜਾਊਗਾ ਤੁਹਾਡੇ ਕੋਲੇ 18। ਤਾਂ ਇਹ ਹੋ ਗਈ ਦੂਸਰੇ ਵਰਗ ਦੀ ਭੁਜਾ 18 ਮੀਟਰ। ਇੱਕ ਦੀ ਆਈ ਹੈ 12 ਮੀਟਰ, ਦੂਜੇ ਦੀ ਆਈ ਹੈ 18 ਮੀਟਰ। ਜੇ ਤੁਸੀਂ ਆਨਸਰ ਆਪਣਾ ਚੈੱਕ ਕਰਨਾ ਚਾਹੋ ਤਾਂ ਕਰ ਸਕਦੇ ਹੋ। ਦੇਖੋ ਪਰਿਮਾਪਾਂ ਦਾ ਅੰਤਰ ਕਰ ਲਓ, ਇਹਦਾ ਪਰਿਮਾਪ ਕੀ ਹੋਊਗਾ 12 ਚੌਕ 48 ਤੇ ਇਹਦਾ ਪਰਿਮਾਪ ਕੀ ਹੋਊਗਾ 18 ਚੌਕ 72। ਇਹਨੂੰ ਘਟਾਓ ਕਿੰਨਾ ਆਉਂਦਾ 12 ਚੋਂ 8 ਗਏ 4, ਇੱਥੇ 6 ਰਹਿ ਜਾਣਗੇ, 6 ਚੋਂ 4 ਗਏ 2। ਦੇਖੋ 24 ਮੀਟਰ ਹੀ ਕਿਹਾ ਸੀ ਇਹਨੇ ਪਰਿਮਾਪਾਂ ਦਾ ਅੰਤਰ। ਤਾਂ ਠੀਕ ਹੈ ਬੇਟਾ ਜੀ, ਇਹ ਸੀਗੇ ਤੁਹਾਡੇ 4 ਕੁਐਸਚਨ ਤੁਹਾਡੇ ਵੀਕਲੀ ਟੈਸਟ ਦੇ। ਅਤੇ ਇਹਨਾਂ ਦੀ ਚੰਗੀ ਤਰ੍ਹਾਂ ਤਿਆਰੀ ਕਰ ਲਓ ਬੇਟਾ, ਇੰਪੋਰਟੈਂਟ ਕੁਐਸਚਨਸ ਨੇ ਅਤੇ ਪੇਪਰਾਂ ਦੇ ਪੁਆਇੰਟ ਆਫ ਵਿਊ ਤੋਂ ਵੀ ਇਹ ਜਿਹੜੇ ਕੁਐਸਚਨਸ ਨੇ ਇਸ ਤਰ੍ਹਾਂ ਦੇ ਹੀ ਆਪਾਂ ਨੂੰ ਆਉਣੇ ਨੇ। ਤਾਂ ਤਿਆਰੀ ਚੰਗੀ ਤਰ੍ਹਾਂ ਆਪਣੀ ਫੁੱਲ ਰੱਖੋ ਸਾਰੇ 4-4 ਨੰਬਰ ਵਾਲੇ ਕੁਐਸਚਨਸ ਦੀ, ਤਾਂ ਕਿ ਟਰਮ 2 ਦੇ ਪੇਪਰ ਦੇ ਵਿੱਚ ਆਪਣੇ ਜਿਹੜੇ ਨੰਬਰ ਆ ਉਹ ਘਟਣ ਨਾ। ਠੀਕ ਹੈ ਬੇਟਾ ਜੀ, ਬਾਏ ਬੱਚੇ।